हाँ जी प्यारे साथियों, सत श्री अकाल सारिਆਂ ਨੂੰ। ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਆ। ਤੇ ਅੱਜ ਆਪਣੀ ਇੰਡੀਅਨ ਪੋਲੀਟੀਕਲ ਦੀ ਹੈਗੀ ਆ ਤੀਜੀ ਕਲਾਸ। ਇਸ ਤੋਂ ਪਹਿਲਾਂ ਆਪਾਂ 3 ਤੋਂ 4 ਕਲਾਸਾਂ ਲਾ ਚੁੱਕੇ ਆ, ਠੀਕ ਆ, ਅਲੱਗ-ਅਲੱਗ ਪਾਰਟ ਦੇ ਵਿੱਚ, ਠੀਕ ਆ। ਤੇ ਆਪਾਂ ਜਿਵੇਂ ਸਭ ਤੋਂ ਪਹਿਲਾਂ ਆਪਾਂ ਕੀਤਾ ਕਿ ਭਾਰਤੀ ਸੰਵਿਧਾਨਕ ਸਭਾ ਕਿਵੇਂ ਬਣੀ, ਸੰਵਿਧਾਨ ਸਭਾ ਤੋਂ ਸੰਵਿਧਾਨ ਕਿੱਦਾਂ ਬਣਿਆ। ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਸੀ ਕਿ ਤੁਸੀਂ ਆਰਟੀਕਲ ਨੂੰ ਕਿਸ ਤਰੀਕੇ ਦੇ ਨਾਲ ਪੜ੍ਹਨਾ। ਜਿਵੇਂ ਮੈਂ ਇੱਕ ਟੇਬਲ ਬਣਾ ਕੇ ਆਰਟੀਕਲ ਤੁਹਾਨੂੰ ਕਰਵਾਏ ਸੀ। ਜਿਵੇਂ ਭਾਗ ਪਹਿਲਾ ਆਰਟੀਕਲ 1 ਤੋਂ 4 ਕੁਝ ਇਸ ਤਰੀਕੇ ਦੇ ਨਾਲ ਮੈਂ ਤੁਹਾਨੂੰ ਟੇਬਲ ਬਣਾ ਕੇ ਦੱਸਿਆ ਸੀਗਾ। ਫਿਰ ਮੈਂ ਤੁਹਾਨੂੰ ਨਾਲ ਇਹ ਵੀ ਦੱਸਿਆ ਸੀ ਕਿ ਆਪਾਂ ਇਹਨਾਂ ਆਰਟੀਕਲ ਨੂੰ ਡਿਟੇਲ ਦੇ ਨਾਲ ਪੜ੍ਹਦੇ ਜਾਣਾ ਵਾ। ਸੋ ਆਪਾਂ ਆਰਟੀਕਲ ਪੂਰੇ ਦੇ ਪੂਰੇ ਇੱਕ ਟੇਬਲ ਦੇ ਤਰ੍ਹਾਂ ਕਰ ਚੁੱਕੇ ਸੀ ਤੇ ਅੱਜ ਆਪਾਂ ਇਹਨਾਂ ਦੀ ਡਿਟੇਲ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਕਰਾਂਗੇ ਭਾਗ ਪਹਿਲਾ। ਭਾਗ ਪਹਿਲੇ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਆਰਟੀਕਲ 1 ਤੋਂ 4 ਕਵਰ ਹੁੰਦੇ ਆ। ਸੋ ਆਪਾਂ ਗੱਲ ਕਰਦੇ ਹਾਂ ਆਰਟੀਕਲ ਪਹਿਲੇ ਦੀ। ਆਰਟੀਕਲ ਪਹਿਲਾ ਕਹਿੰਦਾ ਕਿ ਭਾਰਤ ਰਾਜਾਂ ਦਾ ਸੰਘ ਹੈ। ਆਰਟੀਕਲ ਪਹਿਲਾ ਕੀ ਕਹਿੰਦਾ ਕਿ ਭਾਰਤ ਰਾਜਾਂ ਦਾ ਸੰਘ ਹੈ। ਬਸ ਤੁਸੀਂ ਇਹਦੇ ਵਿੱਚ ਇੰਨਾ ਹੀ ਯਾਦ ਰੱਖਣਾ ਵਾ। ਆਰਟੀਕਲ ਦੂਜਾ ਕੀ ਕਹਿੰਦਾ? ਆਰਟੀਕਲ ਦੂਜਾ ਕਹਿੰਦਾ ਕਿ ਭਾਰਤ ਦਾ ਨਾਮ ਇੰਡੀਆ ਅਤੇ ਭਾਰਤ ਹੋਵੇਗਾ। ਭਾਰਤ ਦਾ ਨਾਮ ਸਿਰਫ ਜਿਵੇਂ ਅਸੀਂ ਹੁਣ ਇਤਿਹਾਸ ਪੜ੍ਹਦੇ ਹਾਂ ਉਹਦੇ ਵਿੱਚ ਅਸੀਂ ਹਿੰਦੁਸਤਾਨ ਲਿਖਿਆ ਪੜ੍ਹਦੇ ਹਾਂ, ਫਿਰ ਅਸੀਂ ਆਰੀਆਵਰਤ ਲਿਖਿਆ ਪੜ੍ਹਦੇ ਹਾਂ, ਸਪਤ ਸਿੰਧੂ ਲਿਖਿਆ ਪੜ੍ਹਦੇ ਹਾਂ, ਠੀਕ ਆ। ਪੁਰਾਣੇ ਜੇ ਇਤਿਹਾਸ ਦੀ ਗੱਲ ਕਰੀਏ ਉਹਦੇ ਵਿੱਚ ਸਾਨੂੰ ਭਾਰਤ ਦੇ ਕਈ ਨਾਮ ਦੇਖਣ ਨੂੰ ਮਿਲਦੇ ਆ। ਪਰ ਐਟ ਪ੍ਰੈਜ਼ੈਂਟ ਸਾਡਾ ਸੰਵਿਧਾਨ ਕੀ ਕਹਿੰਦਾ? ਸਾਡਾ ਸੰਵਿਧਾਨ ਕਹਿੰਦਾ ਕਿ ਭਾਰਤ ਦੇ ਸਿਰਫ 2 ਹੀ ਨਾਂ ਹੋਣਗੇ, ਇੱਕ ਇੰਡੀਆ ਤੇ ਭਾਰਤ। ਹੁਣ ਅਸੀਂ ਆਰਟੀਕਲ 2 ਦੇ ਵਿੱਚ ਸਿਰਫ ਇੰਨੀ ਚੀਜ਼ ਨਹੀਂ ਪੜ੍ਹਨੀ। ਸਾਡੇ ਆਰਟੀਕਲ ਦੇ ਕੋਲ 2 ਤਰ੍ਹਾਂ ਦੀਆਂ ਸ਼ਕਤੀਆਂ ਹੈ, ਠੀਕ ਆ। ਸਾਡੇ ਆਰਟੀਕਲ ਦੇ ਕੋਲ 2 ਤਰ੍ਹਾਂ ਦੀ ਸ਼ਕਤੀ ਆ। ਕਿਹੜੀ ਕਿਹੜੀ ਸ਼ਕਤੀ ਆ? ਪਹਿਲੀ ਸ਼ਕਤੀ ਇਹਦੇ ਕੋਲ ਇਹ ਆ ਵੀ ਭਾਰਤ ਵਿੱਚ ਕੋਈ ਨਵਾਂ ਰਾਜ ਜੋੜਨ ਦੀ ਸ਼ਕਤੀ। ਜੇ ਭਾਰਤ ਦੇ ਵਿੱਚ ਕੋਈ ਨਵਾਂ ਰਾਜ ਜੋੜਨਾ ਵਾ, ਜੇ ਭਾਰਤ ਦੇ ਵਿੱਚ ਕੋਈ ਨਵਾਂ ਰਾਜ ਜੋੜਨਾ ਵਾ, ਠੀਕ ਆ, ਉਹ ਕਿਹੜੇ ਆਰਟੀਕਲ ਤਹਿਤ ਆਊਗਾ? ਆਰਟੀਕਲ ਦੂਜੇ ਦੇ ਤਹਿਤ। ਜਾਂ ਕੋਈ ਬਾਹਰੀ ਹਿੱਸਾ ਭਾਰਤ ਦਾ ਹਿੱਸਾ ਬਣਾਉਣਾ ਵਾ, ਜਾਂ ਕੋਈ ਉਹ ਹਿੱਸਾ ਜਿਹੜਾ ਭਾਰਤ ਤੋਂ ਬਾਹਰ ਆ, ਠੀਕ ਆ, ਉਹ ਹਿੱਸਾ ਕੀ ਆ? ਉਹ ਹਿੱਸਾ ਭਾਰਤ ਦਾ ਬਣਾਉਣਾ ਵਾ ਤੇ ਉਹ ਵੀ ਆਰਟੀਕਲ ਦੂਜੇ ਦੇ ਤਹਿਤ ਹੀ ਆਊਗਾ, ਠੀਕ ਆ। ਜਿਵੇਂ ਹੁਣ ਮੈਂ ਗੱਲ ਕਰਾਂ ਕਿ ਇੱਕ ਚੀਜ਼ ਨਾ ਮੈਂ ਇੱਥੇ ਤੁਹਾਨੂੰ ਹੋਰ ਦੱਸਦੀ ਆ, ਬਹੁਤ ਹੀ ਨਾ ਮਤਲਬ ਕਹਿ ਲਓ ਵੀ ਇੰਟਰਸਟਿੰਗ ਜੀ ਗੱਲ ਵੀ ਆ ਤੇ ਬੜੀ ਕੰਪਲੀਕੇਟਡ ਜੀ ਵੀ ਆ। ਤੇ ਅਕਸਰ ਸਾਨੂੰ ਪੇਪਰ ਵੀ ਕੁਐਸਚਨ ਦੇ ਵਿੱਚ ਵੀ ਐਵੇਂ ਹੀ ਸਾਨੂੰ ਪੁੱਛ ਲਿਆ ਜਾਂਦਾ। ਇੱਕ ਤਾਂ ਹੁੰਦਾ ਵਾ ਕਿ ਜੇ ਅਸੀਂ ਭਾਰਤ ਦਾ ਕੋਈ ਹਿੱਸਾ ਲਿਆਉਣਾ ਵਾ, ਕੋਈ ਬਾਹਰੋਂ ਹਿੱਸਾ ਭਾਰਤ ਦੇ ਵਿੱਚ ਲਿਆਉਣਾ ਵਾ, ਫਿਰ ਸਾਨੂੰ ਕੋਈ ਸੋਧ ਨਹੀਂ ਕਰਨੀ ਪਊਗੀ। ਫੋਰ ਐਗਜ਼ਾਮਪਲ ਜੇ ਅਸੀਂ ਕੋਈ ਬਾਹਰੋਂ ਹਿੱਸਾ ਭਾਰਤ ਦੇ ਅੰਦਰ ਲਿਆਉਣਾ ਵਾ, ਠੀਕ ਆ, ਉਹ ਜਿਹੜੀ ਬਾਹਰਲੀ ਕੋਈ ਸਰਹੱਦ ਦਾ ਬਾਉਂਡਰੀ ਆ ਉਹ ਭਾਰਤ ਦਾ ਹਿੱਸਾ ਬਣਾਉਣੀ ਆ, ਫਿਰ ਸਾਨੂੰ ਕੋਈ ਸੋਧ ਨਹੀਂ ਕਰਨੀ ਪਊਗੀ। ਪਰ ਜੇ ਅਸੀਂ ਭਾਰਤ ਦਾ ਕੋਈ ਹਿੱਸਾ ਬਾਹਰ ਦੇਣਾ ਵਾ, ਭਾਰਤ ਦਾ ਹਿੱਸਾ ਵਾ ਕੋਈ ਚੀਜ਼, ਠੀਕ ਆ, ਕੋਈ ਹਿੱਸਾ ਭਾਰਤ ਦਾ ਜ਼ਮੀਨੀ ਹਿੱਸਾ ਕੋਈ ਵੀ ਅਸੀਂ ਬਾਹਰ ਦੇਣਾ ਵਾ ਤੇ ਉਹਦੇ ਲਈ ਸਾਨੂੰ ਸੋਧ ਕਰਨੀ ਪਊਗੀ। ਇਹ ਜਿਹੜੀ ਚੀਜ਼ ਹੈ ਤੁਸੀਂ ਯਾਦ ਰੱਖਣੀ, ਆਪਣੇ ਦਿਮਾਗ ਦੇ ਵਿੱਚ ਫਿੱਟ ਕਰਨੀ ਕਿ ਵੀ ਜੇ ਭਾਰਤ ਦਾ ਕੋਈ ਹਿੱਸਾ ਅਸੀਂ ਬਾਹਰ ਦੇਣਾ ਵਾ ਫਿਰ ਸਾਨੂੰ ਸੋਧ ਕਰਨੀ ਪਊਗੀ। ਜੇ ਅਸੀਂ ਅੰਦਰ ਕੋਈ ਲਿਆਉਣਾ ਵਾ, ਭਾਰਤ ਦੇ ਅੰਦਰ ਕੋਈ ਹਿੱਸਾ ਲਿਆਉਣਾ ਵਾ, ਕੋਈ ਜ਼ਮੀਨੀ ਖੇਤਰ ਹੋ ਗਿਆ, ਕੋਈ ਲੈਂਡ ਏਰੀਆ, ਠੀਕ ਆ, ਫਿਰ ਸਾਨੂੰ ਕੋਈ ਸੋਧ ਨਹੀਂ ਕਰਨੀ ਪਊ। ਪਰ ਜੇ ਅਸੀਂ ਬਾਹਰ ਕੋਈ ਲੈਂਡ ਏਰੀਆ, ਕੋਈ ਵੀ ਏਰੀਆ ਅਸੀਂ ਦੇਣਾ ਵਾ, ਉਹਦੇ ਲਈ ਅਸੀਂ ਸੋਧ ਕਰਕੇ ਦੇਵਾਂਗੇ। ਇਹ ਆਰਟੀਕਲ ਦੂਜਾ ਕਹਿੰਦਾ, ਠੀਕ ਆ। ਇਹ ਤੁਸੀਂ ਯਾਦ ਰੱਖ ਲਿਓ, ਠੀਕ ਆ। ਉਸ ਤੋਂ ਬਾਅਦ ਜਿਹੜਾ ਆਰਟੀਕਲ ਤੀਜਾ ਵਾ, ਠੀਕ ਹੈ, ਆਰਟੀਕਲ ਤੀਜਾ, ਇਹ ਨਾ ਆਰਟੀਕਲ ਦੂਜੇ ਦੇ ਵਿੱਚ ਇੱਕ ਚੀਜ਼ ਹੋਰ ਯਾਦ ਰੱਖ ਲਿਓ, ਠੀਕ ਹੈ। ਮੰਨ ਲਓ ਵੀ ਭਾਰਤ ਤੋਂ ਬਾਹਰ ਦਾ ਕੋਈ ਹਿੱਸਾ ਸੀ, ਠੀਕ ਹੈ, ਭਾਰਤ ਦਾ ਬਾਹਰ ਦਾ ਕੋਈ ਹਿੱਸਾ ਸੀ। ਜਦੋਂ ਆਪਾਂ ਆਰਟੀਕਲ ਭਾਗ ਦੂਜਾ ਪੜਾਂਗੇ ਨਾ, ਆਰਟੀਕਲ 5 ਤੋਂ 11 ਜਿਹਦੇ ਵਿੱਚ ਆਪਾਂ ਸਿਟੀਜ਼ਨਸ਼ਿਪ ਪੜ੍ਹਦੇ ਹਾਂ, ਉਹਦੇ ਵਿੱਚ ਵੀ ਮੈਂ ਤੁਹਾਨੂੰ ਕਰਾਂਗੀ। ਪਰ ਕਿਤੇ ਨਾ ਕਿਤੇ ਇਹਦੇ ਨਾਲ ਰਿਲੇਟ ਕਰਦਾ ਪੁਆਇੰਟ ਮੈਂ ਤਾਂ ਦੱਸ ਰਹੀ ਹਾਂ। ਇੱਕ ਜੇ ਮੈਂ ਤੁਹਾਨੂੰ ਇਹ ਚੀਜ਼ ਦੱਸੀ ਵੀ ਬਾਹਰਲਾ ਹਿੱਸਾ ਕੋਈ ਭਾਰਤ ਦੇ ਅੰਦਰ ਲਿਆਉਣਾ ਸੀ, ਕੋਈ ਸੋਧ ਨਹੀਂ ਕਰਾਂਗੇ। ਫੋਰ ਐਗਜ਼ਾਮਪਲ ਆਹ ਕੋਈ ਜਗ੍ਹਾ ਵਾ ਤੇ ਇਹ ਜਗ੍ਹਾ ਭਾਰਤ ਤੋਂ ਬਾਹਰ ਦੀ ਆ ਤੇ ਇੱਥੇ ਫਿਰ ਕੋਈ ਨਾ ਕੋਈ ਲੋਕ ਵੀ ਰਹਿ ਰਹੇ ਹੋਣਗੇ, ਇੱਥੇ ਕੋਈ ਨਾ ਕੋਈ ਲੋਕ ਵੀ ਰਹਿ ਰਹੇ ਹੋਣਗੇ। ਤੇ ਜਦੋਂ ਇਹ ਹਿੱਸਾ ਸਾਡੇ ਭਾਰਤ ਦੇ ਵਿੱਚ ਆ ਗਿਆ, ਇਹ ਹਿੱਸਾ, ਤੇ ਇੱਥੋਂ ਦੇ ਜਿਹੜੇ ਲੋਕ ਆ ਉਹ ਆਟੋਮੈਟਿਕਲੀ ਕੀ ਹੋ ਜਾਣਗੇ? ਭਾਰਤ ਦੇ ਸਿਟੀਜ਼ਨਸ਼ਿਪ ਹੋ ਜਾਣਗੇ। ਸਮਝ ਲੱਗੀ ਨਾ? ਇਹ ਚੀਜ਼ ਵੀ ਯਾਦ ਰੱਖਿਓ। ਵੈਸੇ ਆਪਾਂ ਭਾਗ ਅਗਲੇ ਦੇ ਵਿੱਚ ਇਹ ਚੀਜ਼ ਹੀ ਪੜਾਂਗੇ, ਠੀਕ ਆ। ਸੋ ਇਹ ਚੀਜ਼ ਵੀ ਤੁਸੀਂ ਯਾਦ ਰੱਖਣੀ ਆ। ਅੱਗੇ ਆ ਜਾਓ। ਇਹ ਭਾਗ ਦੂਜੇ ਦੇ 2 ਪੁਆਇੰਟ ਤੁਸੀਂ ਯਾਦ ਰੱਖਣੇ ਆ।
ਸਿੰਪਲ ਜੀ ਵੀ ਤਰੀਕੇ ਨਾਲ ਪੁੱਛਿਆ ਜਾ ਸਕਦਾ ਕਿ ਆਰਟੀਕਲ ਦੂਜੇ ਦੇ ਕੋਲ ਕਿੰਨੇ ਤਰ੍ਹਾਂ ਦੀ ਸ਼ਕਤੀ ਆ, 2 ਤਰ੍ਹਾਂ ਦੀ ਸ਼ਕਤੀ, ਨਵਾਂ ਰਾਜ ਜੋੜਨ ਦੀ ਸ਼ਕਤੀ ਤੇ ਕੋਈ ਬਾਹਰੀ ਹਿੱਸਾ ਭਾਰਤ ਵਿੱਚ ਜੋੜਨ ਦੀ ਸ਼ਕਤੀ। ਠੀਕ ਆ, ਉਸ ਤੋਂ ਬਾਅਦ ਆ ਜਾਓ ਆਰਟੀਕਲ ਤੀਜੇ ਤੇ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਬਾਰੇ ਜਾਣਕਾਰੀ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਬਾਰੇ ਜਾਣਕਾਰੀ, ਇਹ ਤੁਸੀਂ ਹੁਣ ਫਰਕ ਯਾਦ ਰੱਖਣਾ ਵਾ ਵੀ ਇੱਥੇ ਨਾਲ ਯੂਟੀਸ ਦੇ ਬਾਰੇ ਵੀ ਜਾਣਕਾਰੀ ਆ ਤੇ ਇੱਥੇ ਕੱਲੀਆਂ ਸਟੇਟ ਦੇ ਬਾਰੇ ਆ। ਠੀਕ ਆ, ਹੁਣ ਆਰਟੀਕਲ ਤੀਜਾ ਕੀ ਕਹਿੰਦਾ? ਆਰਟੀਕਲ ਤੀਜਾ ਕਹਿੰਦਾ ਵੀ ਨਵੇਂ ਰਾਜ ਦਾ ਨਿਰਮਾਣ ਕਰਨਾ ਜਾਂ 1 ਜਾਂ 2 ਰਾਜਾਂ ਨੂੰ ਮਿਲਾ ਕੇ ਨਵਾਂ ਰਾਜ ਬਣਾਉਣਾ। ਠੀਕ ਹੈ, ਹੁਣ ਨਵੇਂ ਰਾਜ ਦਾ ਨਿਰਮਾਣ ਕਰਨਾ, ਜਿਵੇਂ ਫੋਰ ਐਗਜ਼ਾਮਪਲ ਮੈਂ ਗੱਲ ਕਰਾਂ ਕਿ ਜਿਵੇਂ ਆਪਣਾ ਨਿਊ ਸਟੇਟ ਬਣੀ ਆ ਤੇਲੰਗਾਨਾ। ਠੀਕ ਹੈ, ਤੇਲੰਗਾਨਾ ਸਾਡਾ ਨਵਾਂ ਰਾਜ ਬਣਿਆ, ਉਹ ਕਿਹੜੇ ਆਰਟੀਕਲ ਦੇ ਤਹਿਤ ਬਣਿਆ ਵਾ? ਆਰਟੀਕਲ ਤੀਜੇ ਦੇ ਤਹਿਤ ਬਣਿਆ। ਜੇ ਆਪਾਂ ਹੁਣ ਗੱਲ ਕਰੀਏ, ਇਹ ਤੇ ਹੋ ਗਈ ਨਿਰਮਾਣ ਦੀ ਗੱਲ। ਠੀਕ ਆ, ਜੇ ਹੁਣ ਆਪਾਂ ਗੱਲ ਕਰੀਏ ਵੀ 1 ਜਾਂ 2 ਰਾਜਾਂ ਨੂੰ ਮਿਲਾ ਕੇ ਨਵਾਂ ਰਾਜ ਬਣਾਉਣਾ ਜਾਂ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਨਾਲ ਹੋਰ ਕੋਈ ਕੇਂਦਰ ਸ਼ਾਸਿਤ ਪ੍ਰਦੇਸ਼ ਮਿਲਾ ਕੇ ਕੋਈ ਇੱਕ ਕੇਂਦਰ ਸ਼ਾਸਿਤ ਕੋਈ ਇੱਕ ਯੂਟੀ ਬਣਾਉਣਾ, ਉਹ ਵੀ ਤੀਜੇ ਆਰਟੀਕਲ ਦੇ ਤਹਿਤ ਹੀ ਹੋਇਆ। ਕਿਵੇਂ ਹੋਇਆ? ਜਿਵੇਂ ਦਮਨ ਅਤੇ ਦਿਊ। ਠੀਕ ਹੈ, ਦਮਨ, ਦਿਊ ਤੇ ਦਾਦਰਾ ਨਗਰ ਹਵੇਲੀ, ਦਾਦਰਾ ਨਗਰ ਹਵੇਲੀ। ਠੀਕ ਹੈ, ਇਹਨਾਂ ਨੂੰ ਕੰਬਾਈਨ ਕਰ ਦਿੱਤਾ ਗਿਆ, ਇਹਨਾਂ ਨੂੰ ਕੰਬਾਈਨ ਕਰ ਦਿੱਤਾ ਗਿਆ। ਠੀਕ ਹੈ, ਹੁਣ ਕਸ਼ਮੀਰ ਜਿਹੜਾ ਵਾ ਉਹ ਯੂਟੀ ਬਣਾ ਦਿੱਤਾ ਗਿਆ, ਸਾਨੂੰ ਸਾਰਿਆਂ ਨੂੰ ਪਤਾ। ਠੀਕ ਹੈ, ਪਹਿਲਾਂ ਵੀ ਸਾਡੇ 8 ਹੀ ਕੇਂਦਰ ਸ਼ਾਸਿਤ ਪ੍ਰਦੇਸ਼ ਸੀਗੇ ਤੇ ਜਦੋਂ ਫਿਰ ਕਸ਼ਮੀਰ ਨਵਾਂ ਬਣਾਤਾ ਫਿਰ ਤਾਂ 9 ਹੋ ਜਾਣੇ ਚਾਹੀਦੇ ਸੀ, ਪਰ 9 ਨਹੀਂ ਹੋਏ, 8 ਦੇ 8 ਹੀ ਕਿਉਂ ਰਹੇ? ਹੋ ਸਕਦਾ ਤੁਹਾਨੂੰ ਇੱਥੇ ਤੁਸੀਂ ਕਨਫਿਊਜ਼ ਵੀ ਹੁੰਦੇ ਰਹੋ ਵੀ ਕਸ਼ਮੀਰ ਨਵਾਂ ਯੂਟੀ ਬਣਿਆ ਹਨਾ, ਤੇ ਧਾਰਾ 370 ਜਿਵੇਂ ਹਟਾ ਦਿੱਤੀ ਗਈ ਤੇ ਨਵੇਂ ਯੂਟੀ ਬਣਿਆ ਵਾ ਤੇ ਫਿਰ ਇਹਦੀ ਗਿਣਤੀ ਵਧੀ ਕਿਉਂ ਨਹੀਂ? ਤੇ ਉਹ ਰਾਜੇ ਤਾਂ ਨਹੀਂ ਵਧੀ ਕਿਉਂਕਿ ਜਿਹੜੇ ਸਾਡੇ 2 ਯੂਟੀ ਸੀ ਦਮਨ, ਦਿਊ ਤੇ ਦਾਦਰਾ ਨਗਰ ਹਵੇਲੀ, ਇਹਨਾਂ ਨੂੰ ਕੰਬਾਈਨ ਕਰ ਦਿੱਤਾ ਗਿਆ ਵਾ, ਇਹਨਾਂ ਨੂੰ ਕੰਬਾਈਨ ਕਰ ਦਿੱਤਾ ਗਿਆ ਵਾ। ਇਹ ਦੋਵੇਂ ਯੂਟੀ ਜਿਹੜੇ ਆ ਇਕੱਠੇ ਆ, ਦਾਦਰਾ ਨਗਰ ਹਵੇਲੀ, ਦਮਨ ਐਂਡ ਦਿਊ। ਇਹ ਸਾਰਾ ਕੁਝ ਕਿਹੜੇ ਆਰਟੀਕਲ ਦੇ ਤਹਿਤ ਆ? ਆਰਟੀਕਲ ਤੀਜੇ ਦੇ ਤਹਿਤ। ਇਹ ਤੁਸੀਂ ਯਾਦ ਰੱਖਣਾ। ਅੱਗੇ ਤੁਸੀਂ ਆ ਜਾਓ ਆਰਟੀਕਲ ਚੌਥੇ ਤੇ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸੀਮਾ ਰੇਖਾ। ਠੀਕ ਆ, ਫਰਕ ਆ। ਠੀਕ ਆ, ਬਹੁਤ ਜ਼ਿਆਦਾ ਫਰਕ ਆ। ਇੱਥੇ ਕੱਲੇ ਸਟੇਟ ਦੀ ਜਾਣਕਾਰੀ ਆਰਟੀਕਲ ਦੂਜੇ ਦੇ ਤਹਿਤ, ਇੱਥੇ ਨਾਲ ਯੂਟੀਸ ਦੇ ਬਾਰੇ ਵੀ ਆ ਜਾਂਦਾ ਆਰਟੀਕਲ ਤੀਜੇ ਦੇ ਤਹਿਤ। ਤੇ ਆਰਟੀਕਲ ਚੌਥਾ ਕਿਹਦੇ ਬਾਰੇ ਆ? ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਬਾਉਂਡਰੀ ਦੇ ਬਾਰੇ ਵਿੱਚ। ਹੁਣ ਬਾਉਂਡਰੀ ਦੇ ਬਾਰੇ ਕੀ ਗੱਲ ਕਰਦਾ? ਕਹਿੰਦਾ ਰਾਜ ਦੇ ਖੇਤਰਫਲ ਵਿੱਚ ਵਾਧਾ, ਰਾਜ ਦੇ ਖੇਤਰਫਲ ਦੇ ਵਿੱਚ ਜੇ ਕੋਈ ਵਾਧਾ ਕਰਨਾ ਵਾ ਜਾਂ ਫਿਰ ਕੋਈ ਕਟੌਤੀ ਕਰਨੀ ਆ, ਜਿੱਦਾਂ ਜਾਂ ਕਿਸੇ ਰਾਜ ਦਾ ਨਾਮ ਤਬਦੀਲ ਕਰਨਾ ਵਾ, ਇਹ ਤਿੰਨੋਂ ਹੀ ਪ੍ਰੋਸੈਸ ਕਿਹੜੇ ਆਰਟੀਕਲ ਦੇ ਤਹਿਤ ਹੋਣਗੇ? ਆਰਟੀਕਲ ਚੌਥੇ ਦੇ ਤਹਿਤ। ਹੁਣ ਜੇ ਮੈਂ ਇੱਥੇ ਗੱਲ ਕਰਾਂ ਵੀ ਕਿਹੜੀ ਏਦਾਂ ਦੀ ਸਟੇਟ ਆ ਜਿਹਦਾ ਨਾਮ ਤਬਦੀਲ ਕੀਤਾ ਗਿਆ, ਬਿਲਕੁਲ ਹੈਗੀ ਆ ਪਾਂਡੇਚੇਰੀ, ਪਾਂਡੇਚੇਰੀ ਸਟੇਟ। ਠੀਕ ਆ, ਇਹਦਾ ਨਾਮ ਪਹਿਲਾਂ ਪਾਂਡੇਚੇਰੀ ਸੀ, ਕਈ ਅੱਜ ਵੀ ਪਾਂਡੇਚੇਰੀ ਹੀ ਕਹਿ ਦਿੰਦੇ, ਪਰ ਇਹਦਾ ਨਾਮ ਚੇਂਜ ਕਰ ਦਿੱਤਾ ਗਿਆ ਵਾ। ਹੁਣ ਇਹਦਾ ਨਾਮ ਕੀ ਹੈਗਾ ਵਾ? ਹੁਣ ਇਹਦਾ ਨਾਮ ਹੈਗਾ ਵਾ ਪੁਡੂਚੇਰੀ। ਹੁਣ ਇਹਦਾ ਨਾਮ ਕੀ ਹੈਗਾ ਵਾ? ਪੁਡੂਚੇਰੀ। ਤੇ ਇਹੋ ਹੀ ਕਿਹੜੇ ਆਰਟੀਕਲ ਦੇ ਤਹਿਤ ਹੋਇਆ ਵਾ? ਆਰਟੀਕਲ ਚੌਥੇ ਦੇ ਤਹਿਤ। ਆਰਟੀਕਲ ਚੌਥਾ ਕੀ ਕਹਿੰਦਾ? ਵੀ ਕਿਸੇ ਰਾਜ ਦਾ ਨਾਮ ਤਬਦੀਲ ਕਰ ਦੇਣਾ ਤੇ ਫਿਰ ਪਾਂਡੇਚੇਰੀ ਜਿਹੜੀ ਸਟੇਟ ਆ ਇਹਦਾ ਨਾਮ ਚੇਂਜ ਕੀਤਾ ਗਿਆ ਇਸੇ ਆਰਟੀਕਲ ਦੇ ਤਹਿਤ। ਪਹਿਲਾਂ ਪਾਂਡੇਚੇਰੀ ਸੀ, ਹੁਣ ਪੁਡੂਚੇਰੀ ਆ। ਠੀਕ ਆ, ਹੁਣ ਆਪਾਂ ਅੱਗੇ ਗੱਲ ਕਰਾਂਗੇ। ਅੱਗੇ ਆਪਾਂ ਗੱਲ ਕਰਦੇ ਆ ਕਿ ਸਾਡੇ ਜਿਹੜੇ ਹੈਗੇ ਸੀ ਸਟੇਟ ਸੀ ਪਹਿਲਾਂ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਦੇਸੀ ਰਿਆਸਤਾਂ ਹੀ ਜਿਨ੍ਹਾਂ ਤੋਂ ਮੈਂਬਰ ਲੈ ਕੇ ਸਾਡੀ ਸੰਵਿਧਾਨਕ ਸਭਾ ਬਣੀ। ਠੀਕ ਆ, ਸਾਡੇ ਨਾ ਜਦੋਂ ਸਾਡੀ ਸੰਵਿਧਾਨਕ ਸਭਾ ਬਣ ਗਈ, ਸਾਡਾ ਸੰਵਿਧਾਨ ਬਣ ਗਿਆ, ਡਰਾਫਟ ਤਿਆਰ ਹੋ ਗਿਆ, ਤੇ ਰਾਜਾਂ ਨੂੰ ਕਿਸ ਆਧਾਰ ਤੇ ਵੰਡਣਾ? ਠੀਕ ਆ, ਰਾਜਾਂ ਨੂੰ ਕਿਸ ਆਧਾਰ ਤੇ ਵੰਡਣਾ, ਇਹ ਬਹੁਤ ਹੀ ਵੱਡਾ ਮੁੱਦਾ ਸੀ। ਇਹ ਬਹੁਤ ਹੀ ਜ਼ਿਆਦਾ ਕੀ ਸੀ? ਵੱਡਾ ਮੁੱਦਾ ਸੀ। ਠੀਕ ਆ, ਇਹਦੇ ਲਈ ਕਹਿੰਦੇ ਵੀ ਰਾਜਾਂ ਨੂੰ ਸੋਚੀ ਪੈ ਗਏ, ਕਹਿੰਦੇ ਵੀ ਹੁਣ ਜਿਹੜੀਆਂ ਸਟੇਟ ਆ ਇਹਨਾਂ ਨੂੰ ਕਿਸ ਆਧਾਰ ਤੇ ਵੰਡਿਆ ਜਾਵੇ। ਉਹਦੇ ਲਈ ਇੱਕ ਧਾਰ ਕਮਿਸ਼ਨ ਆਇਆ। ਠੀਕ ਹੈ, ਧਾਰ ਕਮਿਸ਼ਨ। ਅਕਸਰ ਸਾਨੂੰ ਧਾਰ ਕਮਿਸ਼ਨ ਬਾਰੇ ਬਹੁਤ ਹੀ ਜ਼ਿਆਦਾ ਕੁਐਸਚਨ ਦੇਖਣ ਨੂੰ ਮਿਲਦੇ। ਧਾਰ ਕਮਿਸ਼ਨ ਆਇਆ, ਜਿਹੜਾ ਧਾਰ ਕਮਿਸ਼ਨ ਸੀ ਨਾ, ਇਹਦਾ ਪ੍ਰਧਾਨ ਹੈਗਾ ਸੀ S.K. ਧਾਨ। ਠੀਕ ਹੈ, ਇਹਦਾ ਪ੍ਰਧਾਨ ਹੈਗਾ ਸੀ S.K. ਧਾਨ। S.K. ਧਾਨ। S.K. ਧਾਨ। ਠੀਕ ਹੈ, ਇਹ ਕੌਣ ਸੀ? ਇਹਦਾ
ਪ੍ਰਧਾਨ ਸੀ, ਧਾਰ ਕਮਿਸ਼ਨ ਦਾ ਪ੍ਰਧਾਨ ਸੀ। ਇਹ ਕੀ ਕਹਿੰਦਾ, ਇਹ ਕਹਿੰਦਾ ਵੀ ਸਟੇਟ ਆ ਜਿਹੜੇ ਰਾਜਾਂ ਦੀ ਵੰਡ ਆ ਉਹ ਕਿਹਦੇ ਆਧਾਰ ਤੇ ਹੋਊਗੀ, ਵੰਡ ਕਿਹਦੇ ਆਧਾਰ ਤੇ ਹੋਊਗੀ, ਪ੍ਰਸ਼ਾਸਨਿਕ ਆਧਾਰ ਤੇ ਹੋਊਗੀ। ਕੀ ਕਹਿੰਦਾ, ਇਹ ਕਹਿੰਦਾ ਜਿਹੜੀ ਵੰਡ ਆ ਉਹ ਪ੍ਰਸ਼ਾਸਨਿਕ ਆਧਾਰ ਤੇ ਹੋਊਗੀ। ਯਾਨੀ ਕਿ ਫਿਰ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਭਾਸ਼ਾ ਦੇ ਆਧਾਰ ਤੇ ਜਿਹੜੀ ਵੰਡ ਸੀ ਉਹਨੂੰ ਖਾਰਜ ਕੀਤਾ। ਠੀਕ ਹੈ, ਨਾਲ ਲਿਖ ਲਓ ਤੁਸੀਂ, ਭਾਸ਼ਾ ਦੇ ਆਧਾਰ ਤੇ, ਭਾਸ਼ਾ ਦੇ ਆਧਾਰ ਤੇ ਵੰਡ ਨੂੰ ਖਾਰਜ ਕਰਤਾ, ਵੰਡ ਨੂੰ ਖਾਰਜ ਕਰਤਾ, ਖਾਰਜ ਕੀਤਾ। ਇਹ ਕਿਹਨੇ ਕੀਤਾ ਵਾ, ਧਾਰ ਕਮਿਸ਼ਨ ਨੇ ਕੀਤਾ ਵਾ। ਸੋ ਸਾਨੂੰ ਪੁੱਛਿਆ ਜਾ ਸਕਦਾ ਵਾ ਵੀ ਕਿਹੜਾ ਉਹ ਕਮਿਸ਼ਨ ਆ ਜਿਹਨੇ ਭਾਸ਼ਾ ਦੇ ਆਧਾਰ ਤੇ ਸਟੇਟਾਂ ਦੀ ਵੰਡ ਨੂੰ ਖਾਰਜ ਕਰਤਾ ਸੀ, ਤੇ ਉਹ ਧਾਰ ਕਮਿਸ਼ਨ ਸੀ। ਇਹਦਾ ਪ੍ਰਧਾਨ ਕੌਣ ਸੀ, SK ਧਾਨ। ਹੋਰ ਵੀ ਬਾਕੀ ਦੇ ਮੈਂਬਰ ਇਹਦੇ ਨਾਲ ਹੈਗੇ ਸੀ, ਪਰ ਸਾਡੇ ਲਈ ਇੰਪੋਰਟੈਂਟ ਸਿਰਫ ਇਹਦਾ ਪ੍ਰਧਾਨ ਹੀ ਆ। ਤੇ ਇਹਨੇ ਕਿਹਾ ਹੈ ਵੀ ਸਟੇਟਾਂ ਦੀ ਜਿਹੜੀ ਵੰਡ ਆ ਉਹ ਪ੍ਰਸ਼ਾਸਨਿਕ ਆਧਾਰ ਤੇ ਹੋਣੀ ਚਾਹੀਦੀ ਆ, ਪ੍ਰਸ਼ਾਸਨਿਕ ਆਧਾਰ ਤੇ ਹੋਣੀ ਚਾਹੀਦੀ ਆ। ਤੇ ਇਹਨੇ ਭਾਸ਼ਾ ਦੇ ਆਧਾਰ ਤੇ ਵੰਡ ਨੂੰ ਕੀ ਕਰਤਾ, ਖਾਰਜ ਕਰਤਾ। ਠੀਕ ਹੈ, ਇਹਨੇ ਆਪਣੀ ਪਹਿਲੀ ਰਿਪੋਰਟ ਕਦੋਂ ਪੇਸ਼ ਕੀਤੀ ਸੀ, 4 ਜੂਨ 1948। ਠੀਕ ਹੈ, 4 ਜੂਨ 1948। ਠੀਕ ਹੈ, 4 ਜੂਨ 1948 ਨੂੰ ਇਹਨੇ ਕੀ ਕੀਤਾ, ਆਪਣੀ ਰਿਪੋਰਟ ਪੇਸ਼ ਕੀਤੀ ਸੀ। ਇਹਨੇ ਆਪਣੀ ਰਿਪੋਰਟ ਪੇਸ਼ ਕੀਤੀ ਸੀ, ਯਾਨੀ ਕਿ ਰਿਪੋਰਟ ਦੇ ਵਿੱਚ ਇਹਨੇ ਕੀ ਕਿਹਾ ਵੀ ਰਾਜਾਂ ਦੀ ਜਿਹੜੀ ਵੰਡ ਆ ਉਹ ਪ੍ਰਸ਼ਾਸਨਿਕ ਆਧਾਰ ਤੇ ਹੋਏਗੀ। ਰੌਲਾ ਪੈ ਗਿਆ, ਕਹਿੰਦੇ ਵੀ ਭਾਸ਼ਾ ਦੇ ਆਧਾਰ ਤੇ ਵੰਡ ਨੂੰ ਜਦੋਂ ਇਹਨਾਂ ਨੇ ਖਾਰਜ ਕਰਤਾ ਧਾਰ ਕਮਿਸ਼ਨ ਨੇ, ਤੇ ਰੌਲਾ ਪੈ ਗਿਆ। ਇਹਦੇ ਨਾਲ ਕੀ ਹੋਇਆ ਵੀ ਆਂਧਰਾ ਪ੍ਰਦੇਸ਼ ਦਾ ਇੱਕ ਬੰਦਾ ਸੀ। ਠੀਕ ਹੈ, ਆਂਧਰਾ ਪ੍ਰਦੇਸ਼ ਦਾ ਇੱਕ ਬੰਦਾ ਸੀ, ਉਹਦਾ ਨਾਮ ਸੀਗਾ, ਇੱਕ ਮਿੰਟ, ਹਾਂਜੀ, ਜਦ ਇੱਕ ਮਿੰਟ ਆਪਾਂ ਉਸ ਬੰਦੇ ਬਾਰੇ ਵੀ ਡਿਸਕਸ ਕਰਾਂਗੇ। ਠੀਕ ਹੈ, ਵੀ ਜਿਹਨੇ ਇੱਕ ਨਾ ਮਤਲਬ ਜਦੋਂ ਧਾਰ ਕਮਿਸ਼ਨ ਨੇ ਕਹਿਤਾ ਸੀ ਨਾ ਵੀ ਭਾਸ਼ਾ ਦੇ ਆਧਾਰ ਤੇ ਵੰਡ ਨੂੰ ਇਹਨਾਂ ਨੇ ਖਾਰਜ ਕਰਤਾ, ਵੀ ਹੋਰ ਭਾਸ਼ਾ ਦੇ ਆਧਾਰ ਤੇ ਵੰਡ ਨਹੀਂ ਹੋਊਗੀ, ਸਿਰਫ ਪ੍ਰਸ਼ਾਸਨਿਕ ਆਧਾਰ ਤੇ ਹੋਊਗੀ। ਆਂਧਰਾ ਪ੍ਰਦੇਸ਼ ਦਾ ਇੱਕ ਬੰਦਾ ਸੀ ਜਿਹੜਾ ਕਿ ਭੁੱਖ ਹੜਤਾਲ ਤੇ ਬਹਿ ਗਿਆ ਸੀ। ਅਪਰੋਕਸੀਮੇਟ 28-29 ਦਿਨ ਜਿਹੜਾ ਸੀ ਉਹ ਭੁੱਖ ਹੜਤਾਲ ਤੇ ਬੈਠਾ ਰਿਹਾ। ਠੀਕ ਹੈ, ਤੇ ਇਸੇ ਹੀ ਕਰਕੇ ਧਾਰ ਕਮਿਸ਼ਨ ਲਈ ਇੱਕ ਉਹਨਾਂ ਨੇ ਕਮੇਟੀ ਬਣਾਈ ਸੀ, JVP ਕਮੇਟੀ, JV ਕਮੇਟੀ। ਠੀਕ ਹੈ, JV ਕਮੇਟੀ ਇਹ ਕਾਹਦੇ ਵਾਸਤੇ ਬਣਾਈ ਸੀ, ਧਾਰ ਕਮਿਸ਼ਨ ਦੀ ਸਮੀਖਿਆ ਵਾਸਤੇ, ਧਾਰ ਕਮਿਸ਼ਨ ਦੀ ਸਮੀਖਿਆ ਵਾਸਤੇ। ਸਮੀਖਿਆ ਕੀ ਹੁੰਦੀ ਹੈ, ਯਾਨੀ ਕਿ ਇਨਵੈਸਟੀਗੇਸ਼ਨ ਕਰਨ ਲਈ ਇਹ ਕਮੇਟੀ ਬਣਾਈ ਹੋਈ ਸੀ। ਜੇ ਤੇ ਕੌਣ ਸੀ, ਜਵਾਹਰ ਲਾਲ ਨਹਿਰੂ, ਜਵਾਹਰ ਲਾਲ ਨਹਿਰੂ, ਜਵਾਹਰ ਲਾਲ ਨਹਿਰੂ। ਠੀਕ ਹੈ, ਵੀ ਤੇ ਕੌਣ ਸੀ, ਵੱਲਭ ਭਾਈ ਪਟੇਲ, ਵੱਲਭ ਭਾਈ ਪਟੇਲ, ਵੱਲਭ ਭਾਈ ਪਟੇਲ। ਠੀਕ ਹੈ, ਤੇ ਪੀ ਤੇ ਹੈਗੇ ਸੀ ਆਪਣੇ, ਪੀ ਤੇ ਆਪਣੇ ਹੈਗਾ ਸੀ ਪਿਤਾ ਸੀਤਾ ਰਮਈਆ। ਠੀਕ ਹੈ, ਪੀ ਤੇ ਹੈਗੇ ਸੀ ਪਿਤਾ ਸੀਤਾ ਰਮਈਆ। ਠੀਕ ਹੈ, ਪਿਤਾ ਸੀਤਾ ਰਮਈਆ। ਠੀਕ ਹੈ, ਇਹ ਸੀਗੇ 3 ਬੰਦੇ। ਬਸ JV ਕਮੇਟੀ ਤੋਂ ਇਹਦਾ ਨਾਂ ਹੀ ਤਾਂ ਸੀ, 3 ਮੈਂਬਰ ਇਹਦੇ ਬਣਾਏ ਗਏ JV, ਭਈ ਇਹਨਾਂ ਦੇ ਨਾਮ ਤੋਂ ਇਹਨਾਂ ਦੀ ਕਮੇਟੀ ਦਾ ਨਾਮ ਰੱਖ ਦਿੱਤਾ ਗਿਆ JV ਕਮੇਟੀ। ਠੀਕ ਆ, JV ਕਮੇਟੀ। ਠੀਕ ਹੈ, ਇਹ ਕਾਹਦੇ ਵਾਸਤੇ ਬਣਾਈ ਗਈ, ਧਾਰ ਕਮਿਸ਼ਨ ਦੀ ਸਮੀਖਿਆ ਵਾਸਤੇ। ਹੁਣ ਆਪਾਂ ਗੱਲ ਕਰਾਂਗੇ ਉਸ ਬੰਦੇ ਦੀ ਜਿਹੜਾ ਬੰਦਾ ਸੀਗਾ ਭੁੱਖ ਹੜਤਾਲ ਤੇ ਬਹਿ ਗਿਆ ਸੀ, ਸ੍ਰੀ ਰਾਮ ਮੱਲੂ। ਠੀਕ ਹੈ, ਸ੍ਰੀ ਰਾਮ ਮੱਲੂ। ਠੀਕ ਹੈ, ਸ੍ਰੀ ਰਾਮ ਮੱਲੂ। ਠੀਕ ਹੈ, ਇਹਦਾ ਨਾਮ ਸੀ। ਠੀਕ ਹੈ, ਜਿਹੜਾ ਸ੍ਰੀ ਰਾਮ ਮੱਲੂ ਸੀ ਇਹ ਆਂਧਰਾ ਪ੍ਰਦੇਸ਼ ਦਾ ਬੰਦਾ ਸੀ। ਇਹ ਬੰਦਾ ਭੁੱਖ ਹੜਤਾਲ ਤੇ ਬਹਿ ਗਿਆ, ਕਹਿੰਦਾ ਵੀ ਮੈਨੂੰ ਹੋਰ ਕਿਸੇ ਸਟੇਟ ਦਾ ਨਹੀਂ ਪਤਾ, ਪਰ ਮੇਰੀ ਸਟੇਟ ਦਾ ਜਿਹੜਾ ਮੇਰੀ ਸਟੇਟ ਦੀ ਜਿਹੜੀ ਵੰਡ ਆ ਉਹ ਭਾਸ਼ਾ ਦੇ ਆਧਾਰ ਤੇ ਹੋਣੀ ਚਾਹੀਦੀ ਆ। ਠੀਕ ਆ, 28 ਦਿਨ ਇਹ ਬੰਦਾ ਜਿਹੜਾ ਸੀਗਾ ਭੁੱਖ ਹੜਤਾਲ ਤੇ ਬੈਠਾ ਰਿਹਾ। 28 ਦਿਨ ਭੁੱਖ ਹੜਤਾਲ ਤੇ ਬੈਠਾ ਰਿਹਾ। ਸੌਰੀ 28 ਨਹੀਂ ਗਾ, 56 ਆ। ਠੀਕ ਆ, 28 ਨਹੀਂ 56। ਠੀਕ ਆ, ਤੁਸੀਂ ਆਪ ਸੋਚੋ ਵੀ 56 ਦਿਨ ਇਹ ਬੰਦਾ ਕੀ ਸੀ, ਭੁੱਖਾ ਰਿਹਾ। ਠੀਕ ਆ, ਟਾਈਮ ਪੀਰੀਅਡ ਤੁਸੀਂ ਇੱਕ ਵਾਰੀ ਯਾਦ ਰੱਖ ਲਿਓ, ਮੈਨੂੰ ਇੱਥੇ ਥੋੜਾ ਡਾਊਟ ਆ, ਤੁਸੀਂ ਦੇਖ ਲਿਓ। 56। ਠੀਕ ਆ, 56 ਦਿਨ ਜਿਹੜਾ ਸੀਗਾ ਇਹ ਭੁੱਖ ਹੜਤਾਲ ਤੇ ਬੈਠਾ ਰਿਹਾ। ਠੀਕ ਹੈ, ਜਦੋਂ ਇਹ ਭੁੱਖ ਹੜਤਾਲ ਤੇ ਬੈਠਾ ਰਿਹਾ ਤੇ ਇਹਨਾਂ ਨੇ ਫਿਰ ਕੀ ਕੀਤਾ, ਹੁਣ ਵੀ ਇੰਨਾ ਚਿਰ ਬੰਦਾ ਨੇ ਵੀ ਰੋਟੀ ਪਾਣੀ ਛੱਡਿਆ ਸੀ ਅਗਲੇ ਨੇ, ਹਨਾ, ਫਿਰ ਇਹਨਾਂ ਨੂੰ ਕਰਨਾ ਤੇ ਪੈਣਾ ਹੀ ਕੁਛ। ਇਹ ਕਹਿੰਦੇ ਵੀ ਆ ਲਓ ਕੱਲੀ ਆਂਧਰਾ ਪ੍ਰਦੇਸ਼ ਨੂੰ ਵੰਡ ਲਓ ਤੁਸੀਂ ਭਾਸ਼ਾ ਦੇ ਆਧਾਰ ਤੇ। ਇਹਨਾਂ ਨੇ ਕੱਲਾ ਜਿਹੜਾ ਆਂਧਰਾ ਪ੍ਰਦੇਸ਼ ਸੀਗਾ, ਜਿਹੜਾ ਆਂਧਰਾ ਪ੍ਰਦੇਸ਼ ਸੀ ਨਾ, ਇਹਨੂੰ ਇਹਨਾਂ ਨੇ ਭਾਸ਼ਾ ਦੇ ਆਧਾਰ ਤੇ ਵੰਡਤਾ। ਆਂਧਰਾ ਪ੍ਰਦੇਸ਼ ਨੂੰ ਇਹਨਾਂ ਨੇ ਕੀ ਕੀਤਾ, ਭਾਸ਼ਾ ਦੇ ਆਧਾਰ ਤੇ
ਵੰਡਤਾ ਸੀਗਾ। ਤੇ ਫਿਰ ਕਿਹੜੀ ਭਾਸ਼ਾ ਸੀਗੀ ਇਹਦੀ? ਤੇਲਗੂ ਤੇ ਮਦਰਸੀ। ਤੇਲਗੂ ਤੇ ਮਦਰਸੀ। ਮਦਰਸੀ ਹੀ ਹੈ ਨਾ, ਮਦਰਾਸੀ ਆਖੀ ਜਾਨੀ ਆ, ਹਾਂ ਮਦਰਾਸੀ, ਠੀਕ ਹੈ। ਤੇਲਗੂ ਤੇ ਮਦਰਾਸੀ ਇਹਨਾਂ ਦੋ ਭਾਸ਼ਾਵਾਂ ਦੇ ਆਧਾਰ ਤੇ ਆਂਧਰਾ ਪ੍ਰਦੇਸ਼ ਦੀ ਵੰਡ ਕੀਤੀ ਗਈ ਸੀ। ਇਹ ਸਾਰਾ ਕੁਝ ਕਿਹਦੇ ਤਹਿਤ ਹੋਇਆ? ਸ਼੍ਰੀ ਰਾਮੱਲੂ ਦੇ ਤਹਿਤ। ਹੁਣ ਸਵਾਲ ਪੈਦਾ ਹੁੰਦਾ ਵਾ ਵੀ ਆਂਧਰਾ ਪ੍ਰਦੇਸ਼ ਕੀ ਆ? ਸਾਡੇ ਭਾਰਤ ਦੀ ਪਹਿਲੀ ਉਹ ਸਟੇਟ ਬਣੀ ਜਿਹਨੂੰ ਭਾਸ਼ਾ ਦੇ ਆਧਾਰ ਤੇ ਵੰਡਿਆ ਗਿਆ। ਫਿਰ ਇਹ ਕਦੋਂ ਬਣੀ? 1953 ਦੇ ਵਿੱਚ। 1953 ਦੇ ਵਿੱਚ, ਯਾਦ ਰੱਖਣਾ, ਠੀਕ ਆ। 1953 ਦੇ ਵਿੱਚ ਆਂਧਰਾ ਪ੍ਰਦੇਸ਼ ਜਿਹੜੀ ਭਾਸ਼ਾ ਦੇ ਆਧਾਰ ਤੇ ਵੰਡੀ ਗਈ। ਤੇਲਗੂ ਤੇ ਮਦਰਾਸੀ ਇਹਦੀ ਭਾਸ਼ਾ ਸੀਗੀ। ਸ਼੍ਰੀ ਰਾਮੱਲੂ ਨਾਂ ਦੇ ਬੰਦੇ ਨੇ ਕੀ ਸੀਗਾ? ਇਹਨੇ ਭੁੱਖ ਹੜਤਾਲ ਤੇ ਬਹਿ ਗਿਆ 56 ਦਿਨ ਵਾਸਤੇ ਤੇ ਇਹਦੇ ਯਤਨਾਂ ਸਦਕਾ ਹੀ ਕੀ ਹੋਇਆ? ਆਂਧਰਾ ਪ੍ਰਦੇਸ਼ ਭਾਸ਼ਾ ਦੇ ਆਧਾਰ ਤੇ ਵੰਡੀ ਗਈ। ਪਰ ਇੱਥੇ ਇੱਕ ਪੰਗਾ ਪੈਂਦਾ ਵੀ ਇੱਕ ਤਾਂ ਸਟੇਟ ਇਹਨਾਂ ਨੇ ਭਾਸ਼ਾ ਦੇ ਆਧਾਰ ਤੇ ਵੰਡਤੀ, ਫਿਰ ਬਾਕੀ ਨਾ ਰੌਲਾ ਪਾਉਣਗੇ ਵੀ ਬਾਕੀ ਸਟੇਟਾਂ ਵੀ ਵੰਡੋ ਤੁਸੀਂ ਭਾਸ਼ਾ ਦੇ ਆਧਾਰ ਤੇ। ਐ ਥੋੜੀ ਹੋਊਗਾ ਵੀ ਇੱਕ ਸਟੇਟ ਤੁਸੀਂ ਭਾਸ਼ਾ ਦੇ ਆਧਾਰ ਤੇ ਵੰਡ ਗਈ ਤੇ ਬਾਕੀ ਤੁਸੀਂ ਪ੍ਰਸ਼ਾਸਨਿਕ ਆਧਾਰ ਤੇ ਵੰਡਤੀਆਂ। ਫਿਰ ਇਹਨਾਂ ਨੂੰ ਕਾਫੀ ਪੰਗੇ ਪੁੰਗੇ ਪਏ। ਫਿਰ ਇਹਨਾਂ ਨੇ ਕਹਿੰਦੇ ਵੀ ਇੱਕ ਹੋਰ ਕਮਿਸ਼ਨ ਬਣਾਉਣਾ ਪੈਣਾ ਵਾ। ਫਿਰ ਇਹਨਾਂ ਨੇ ਇੱਕ ਕਮਿਸ਼ਨ ਹੋਰ ਬਣਾਇਆ। ਫਿਰ ਆਪਾਂ ਉਹ ਕਮਿਸ਼ਨ ਦੀ ਗੱਲ ਕਰਦੇ ਹਾਂ। ਇਹਨਾਂ ਨੇ ਇੱਕ ਕਮਿਸ਼ਨ ਹੋਰ ਬਣਾਇਆ, ਉਹਦਾ ਨਾਮ ਸੀਗਾ ਫੈਜ਼ਲ ਅਲੀ ਕਮਿਸ਼ਨ, ਠੀਕ ਆ। ਫੈਜ਼ਲ ਅਲੀ ਕਮਿਸ਼ਨ। ਫੈਜ਼ਲ ਅਲੀ ਕਮਿਸ਼ਨ, ਠੀਕ ਆ। ਫੈਜ਼ਲ ਅਲੀ ਕਮਿਸ਼ਨ। ਇਹਦਾ ਪ੍ਰਧਾਨ ਕੌਣ ਸੀ? ਇਹਦਾ ਪ੍ਰਧਾਨ ਹੈਗਾ ਸੀਗਾ ਫੈਜ਼ਲ ਅਲੀ, ਠੀਕ ਆ। ਇਹਦੇ ਨਾਂ ਤੋਂ ਹੀ ਕਮਿਸ਼ਨ ਦਾ ਨਾਮ ਰੱਖਿਆ ਸੀ ਫੈਜ਼ਲ ਅਲੀ, ਠੀਕ ਆ। ਇਹ ਕਾਹਦੇ ਵਾਸਤੇ? ਕਿ ਬਾਕੀ ਸਟੇਟਾਂ ਨੂੰ ਹੁਣ ਕਿਹਦੇ ਆਧਾਰ ਤੇ ਵੰਡਣਾ ਵਾ, ਉਹਦੇ ਬਾਰੇ ਕੀ ਸੀ ਗੱਲ ਕਰਦਾ ਵੇ। ਫੈਜ਼ਲ ਅਲੀ ਕਦੋਂ ਬਣਿਆ ਸੀ? ਦਸੰਬਰ 1853। ਹਾਂ, ਵੀ ਕਹਿ ਲਓ ਵੀ ਆਂਧਰਾ ਪ੍ਰਦੇਸ਼ ਜਦੋਂ ਭਾਸ਼ਾ ਦੇ ਆਧਾਰ ਤੇ ਇਹਨਾਂ ਨੇ ਵੰਡਤਾ ਤੇ ਇਹ ਸਾਰੇ ਦੇਸ਼ ਦੇ ਵਿੱਚ ਰੌਲਾ ਪੈ ਗਿਆ ਸੀ ਵੀ ਪਹਿਲਾਂ ਤਾਂ ਇਹਨਾਂ ਨੇ ਕਹਿਤਾ ਵੀ ਭਾਸ਼ਾ ਦੇ ਆਧਾਰ ਤੇ ਕੋਈ ਸਟੇਟ ਦੀ ਵੰਡਣੀ ਨੀ ਗੀ। ਫਿਰ ਇਹਨਾਂ ਨੇ ਜਦੋਂ ਆਂਧਰਾ ਪ੍ਰਦੇਸ਼ ਵੰਡਤੀ ਤੇ ਪੂਰੇ ਦੇਸ਼ ਦੇ ਵਿੱਚ ਇਹ ਗੱਲ ਫੈਲ ਗਈ। ਇਸੇ ਕਰਕੇ ਇਹਨਾਂ ਨੂੰ ਫੈਜ਼ਲ ਅਲੀ ਕਮਿਸ਼ਨ ਬਣਾਉਣਾ ਪਿਆ ਸੀ ਤੇ ਇਹਦੇ ਪ੍ਰਧਾਨ ਕੌਣ ਸੀ? ਫੈਜ਼ਲ ਅਲੀ ਕਮਿਸ਼ਨ। ਤੇ ਜੇ ਅਸੀਂ ਕਹਿ ਸਕਦੇ ਹਾਂ, ਜੇ ਸਾਨੂੰ ਪੇਪਰ ਦੇ ਵਿੱਚ MCQ ਆ ਵੀ ਜਾਂਦਾ ਵਾ ਵੀ ਅੱਜ ਸਾਡੇ ਜਿੰਨੇ ਵੀ ਭਾਰਤ ਦੇ ਸਟੇਟ ਆ ਭਾਸ਼ਾ ਦੇ ਆਧਾਰ ਤੇ ਵੰਡੇ ਗਏ ਆ, ਇਹਦਾ ਕਾਰਨ ਕੀ ਆ ਜਾਂ ਇਹਦੇ ਪਿੱਛੇ ਕਿਹੜਾ ਕਮਿਸ਼ਨ ਕੰਮ ਕਰਦਾ ਵਾ, ਸੋ ਅਸੀਂ ਧਾਰ ਕਮਿਸ਼ਨ ਨਹੀਂ ਟਿਕ ਕਰਾਂਗੇ, ਅਸੀਂ ਕੀ ਟਿਕ ਕਰਾਂਗੇ? ਫੈਜ਼ਲ ਅਲੀ ਕਮਿਸ਼ਨ। ਸੋ ਤੁਹਾਨੂੰ ਡਿਫਰੈਂਸ ਯਾਦ ਹੋਣਾ ਚਾਹੀਦਾ ਵੀ ਧਾਰ ਕਮਿਸ਼ਨ ਦੇ ਵਿੱਚ ਤੇ ਫੈਜ਼ਲ ਅਲੀ ਕਮਿਸ਼ਨ ਦੇ ਵਿੱਚ ਫਰਕ ਕੀ ਹੈਗਾ ਏ। ਠੀਕ ਆ ਨਾ। ਸੋ ਹੁਣ ਇਹ ਤੋਂ ਸਾਨੂੰ ਕੀ ਪਤਾ ਲੱਗਾ ਕਿ ਫੈਜ਼ਲ ਅਲੀ ਕਮਿਸ਼ਨ ਨੇ ਭਾਸ਼ਾ ਦੇ ਆਧਾਰ ਤੇ ਵੰਡ ਹੋਣੀ ਚਾਹੀਦੀ, ਇਸ ਚੀਜ਼ ਨੂੰ ਇਹਨੇ ਮੰਨ ਲਿਆ ਸੀ ਤੇ ਖਾਰਜ ਕਿਹਨੇ ਕੀਤਾ ਸੀ? ਉਹ ਧਾਰ ਕਮਿਸ਼ਨ ਹੀ। ਧਾਰ ਕਮਿਸ਼ਨ ਕਹਿੰਦਾ ਸੀ ਨਹੀਂ ਭਾਸ਼ਾ ਦੇ ਆਧਾਰ ਤੇ ਵੰਡ ਨਹੀਂ ਹੋਣੀ ਚਾਹੀਦੀ, ਪਰ ਫੈਜ਼ਲ ਅਲੀ ਕਮਿਸ਼ਨ ਕਹਿੰਦਾ ਸੀ ਵੀ ਹੋਣੀ ਚਾਹੀਦੀ, ਭਾਸ਼ਾ ਦੇ ਆਧਾਰ ਤੇ ਹੋਏਗੀ। ਫਿਰ ਫੈਜ਼ਲ ਅਲੀ ਕਮਿਸ਼ਨ ਦੇ ਤਹਿਤ ਹੀ ਕੀ ਹੋਇਆ ਸੀ? ਫੈਜ਼ਲ ਅਲੀ ਕਮਿਸ਼ਨ ਦੇ ਤਹਿਤ ਹੀ ਜਿਹੜੇ ਸਾਡੀਆਂ ਭਾਰਤ ਦੀਆਂ ਸਟੇਟ ਸੀ, ਉਸ ਸਮੇਂ ਕਿੰਨੀਆਂ ਸਟੇਟ ਸੀਗੀਆਂ? 14 ਸਟੇਟ ਸੀਗੀਆਂ। 14 ਸਟੇਟ ਸੀ ਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ ਸੀਗੇ। ਤੇ ਇਹ ਜਿਹੜੇ 14 ਦੇ 14 ਸਟੇਟ ਆ, ਇਹ ਕਿਹਦੇ ਆਧਾਰ ਤੇ ਵੰਡੇ ਗਏ? ਭਾਸ਼ਾ ਦੇ ਆਧਾਰ ਤੇ। ਤੇ ਕਿਹੜੇ ਕਮਿਸ਼ਨ ਦੇ ਤਹਿਤ? ਫੈਜ਼ਲ ਅਲੀ ਕਮਿਸ਼ਨ ਦੇ ਤਹਿਤ। ਤੇ ਇਹ ਤੇ ਹੋ ਨਹੀਂ ਸਕਦਾ ਵੀ ਆਪਾਂ ਉਹਨਾਂ 14 ਸਟੇਟਾਂ ਦੀ ਗੱਲ ਨਾ ਕਰੀਏ, ਬਿਲਕੁਲ ਕਰਾਂਗੇ। ਤੇ ਆਪਾਂ ਹੁਣ ਗੱਲ ਕਰਦੇ ਹਾਂ ਉਹਨਾਂ 14 ਸਟੇਟਾਂ ਦੀ ਜਿਹੜੇ ਕਿ ਫੈਜ਼ਲ ਅਲੀ ਕਮਿਸ਼ਨ ਦੇ ਤਹਿਤ ਭਾਸ਼ਾ ਦੇ ਆਧਾਰ ਤੇ ਵੰਡੇ ਗਏ, ਠੀਕ ਆ। ਠੀਕ ਆ। ਤੇ ਇਸੇ ਨੂੰ ਹੀ ਜਿਹੜਾ ਫੈਜ਼ਲ ਅਲੀ ਕਮਿਸ਼ਨ ਦੇ ਤਹਿਤ ਸਾਡੇ 14 ਸਟੇਟ ਭਾਸ਼ਾ ਦੇ ਆਧਾਰ ਤੇ ਵੰਡੇ ਗਏ, ਜਿਹਦੇ ਵਿੱਚ ਸਾਡੀ ਪਹਿਲੀ ਸਟੇਟ ਆਂਧਰਾ ਪ੍ਰਦੇਸ਼ ਆਉਂਦੀ ਆ। ਇਹ ਜਿਹੜੇ 14 ਸਟੇਟ ਭਾਸ਼ਾ ਦੇ ਆਧਾਰ ਤੇ ਵੰਡੇ ਗਏ, ਇਸੇ ਨੂੰ ਹੀ ਰਾਜੇ ਕਿਹਾ ਜਾਂਦਾ ਵਾ ਰਾਜ ਪੁਨਰ ਗਠਨ ਐਕਟ 1956। ਰਾਜ ਪੁਨਰ ਗਠਨ ਐਕਟ 1956। ਤੋਂ ਸਾਨੂੰ ਸਮਝ ਆ ਗਈ ਨਾ, ਐਕਟ ਸਾਨੂੰ ਬਹੁਤ ਪੁੱਛੇ ਜਾਂਦੇ ਆ। ਸੋ ਅਸੀਂ ਹੁਣ ਗੱਲ ਕਰਾਂਗੇ। ਇਹ ਤਾਂ ਸਾਨੂੰ ਪਤਾ ਲੱਗ ਗਿਆ ਵੀ ਆਂਧਰਾ ਪ੍ਰਦੇਸ਼ ਭਾਸ਼ਾ ਦੇ ਆਧਾਰ ਤੇ ਪਹਿਲੀ ਸਟੇਟ ਬਣੀ ਸੀ, ਕਦੋਂ ਬਣੀ ਸੀ? 1956 ਦੇ ਵਿੱਚ, ਠੀਕ ਹੈ। ਜਾਂ ਸਾਨੂੰ ਆਂਧਰਾ ਪ੍ਰਦੇਸ਼ ਦਾ ਪੁੱਛਿਆ ਜਾਂਦਾ ਤੇ ਜਾਂ ਸਾਨੂੰ
ਪੰਜਾਬ ਦਾ ਪੁੱਛਿਆ ਜਾਂਦਾ ਵਾ। ਠੀਕ ਆ, ਹੋਰ ਵੀ ਕਈ ਸਟੇਟ ਹੈਗੀਆਂ, ਉਹਨਾਂ ਬਾਰੇ ਵੀ ਆਪਾਂ ਪੜ੍ਹ ਲਵਾਂਗੇ। ਸੋ ਹੁਣ ਆਪਾਂ ਗੱਲ ਕਰਦੇ ਕਿਹੜੀਆਂ ਕਿਹੜੀਆਂ ਸਟੇਟ ਆ। ਠੀਕ ਆ, ਅਸਾਮ, ਇਹਨੂੰ ਭਾਸ਼ਾ ਦੇ ਆਧਾਰ ਤੇ ਵੰਡਿਆ ਗਿਆ। ਬਿਹਾਰ ਨੂੰ, ਬੰਬੇ ਨੂੰ, ਜੰਮੂ ਕਸ਼ਮੀਰ ਨੂੰ, ਕੇਰਲ ਨੂੰ, ਮੱਧ ਪ੍ਰਦੇਸ਼ ਨੂੰ, ਮਦਰਾਸ ਨੂੰ, ਮਸੂਰ ਨੂੰ, ਉੜੀਸਾ ਨੂੰ, ਪੰਜਾਬ ਨੂੰ, ਰਾਜਸਥਾਨ ਨੂੰ, ਉੱਤਰ ਪ੍ਰਦੇਸ਼ ਜਿਹਨੂੰ ਅਸੀਂ ਯੂਪੀ ਵੀ ਕਹਿ ਦਿੰਦੇ ਆ, ਤੇ ਪੱਛਮੀ ਬੰਗਾਲ। ਠੀਕ ਆ, ਇਹਨਾਂ ਨੂੰ ਭਾਸ਼ਾ ਦੇ ਆਧਾਰ ਤੇ ਵੰਡ ਦਿੱਤਾ ਗਿਆ ਸੀ। ਸੋ ਇਹ ਸੀ 14 ਸਟੇਟਾਂ ਜਿਹੜੀਆਂ ਸਾਡੀਆਂ ਪਹਿਲਾਂ ਸੀ। ਹੁਣ ਸਾਡੀਆਂ ਪ੍ਰੈਜ਼ੈਂਟ ਸਾਡੀ ਕਿੰਨੀਆਂ ਸਟੇਟ ਨੇ? 28 ਸਟੇਟ ਤੇ 8 ਕੇਂਦਰ ਸ਼ਾਸਿਤ ਪ੍ਰਦੇਸ਼। ਤੇ ਜੇ ਅਸੀਂ ਪਹਿਲਾਂ ਦੀ ਗੱਲ ਕਰੀਏ, ਸਾਡੇ 14 ਸਟੇਟ ਸੀਗੇ ਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ ਸੀਗੇ। ਸੋ ਇਹ ਆ ਸਾਡੀ ਪੂਰੀ ਦੀ ਪੂਰੀ ਜਾਣਕਾਰੀ ਕਿਹਦੇ ਬਾਰੇ? ਭਾਗ ਪਹਿਲਾ ਤੇ ਆਰਟੀਕਲ 1 ਤੋਂ 4। ਇਹ ਸੀਗੀ ਸਾਡੀ ਪੂਰੀ ਦੀ ਪੂਰੀ ਜਾਣਕਾਰੀ। ਮੈਂ ਕੋਈ ਵੀ ਪੁਆਇੰਟ ਨਹੀਂ ਛੱਡਿਆ ਇਹਦੇ ਵਿੱਚ। ਜੋ ਵੀ ਆਉਂਦਾ ਸੀ ਨਾ ਭਾਗ ਪਹਿਲੇ ਦੇ ਵਿੱਚ ਆਰਟੀਕਲ 1 ਤੋਂ 4 ਤੱਕ, ਜੋ ਵੀ ਸਾਡੀ ਜਿੰਨੀ ਵੀ ਡਿਟੇਲ ਆਉਂਦੀ ਸਾਰੀ ਮੈਂ ਤੁਹਾਨੂੰ ਕਰਵਾਤੀ ਆ। ਠੀਕ ਆ, ਤੇ ਹੁਣ ਆਪਾਂ ਅਗਲੇ ਭਾਗ ਦੇ ਵਿੱਚ ਕਰਾਂਗੇ। ਸਾਡਾ ਦੂਜਾ ਭਾਗ ਕਿਹਦਾ ਹੈਗਾ ਵਾ? ਨਾਗਰਿਕਤਾ ਦੇ ਬਾਰੇ, ਸਿਟੀਜ਼ਨਸ਼ਿਪ ਦੇ ਬਾਰੇ ਹੈਗਾ ਸਾਡਾ ਦੂਜਾ ਭਾਗ। ਤੇ ਦੂਜੇ ਭਾਗ ਦੇ ਵਿੱਚ ਫਿਰ ਆਪਾਂ ਗੱਲ ਕਰਾਂਗੇ ਇੰਡੀਅਨ ਸਿਟੀਜ਼ਨਸ਼ਿਪ ਦੀ। ਭਾਰਤ ਦੀ ਜਿਹੜੀ ਨਾਗਰਿਕਤਾ ਵਾ ਕਿੰਨਾ ਹਾਲਾਤਾਂ 'ਚ ਦਿੱਤੀ ਜਾਂਦੀ ਆ, ਕਿੰਨਾ ਆਧਾਰਾਂ 'ਚ ਖੋਈ ਜਾਂਦੀ ਆ। ਸੋ ਵੀ ਸਾਡੇ ਲਈ ਬਹੁਤ ਇੰਪੋਰਟੈਂਟ ਆ। ਤੇ ਮਿਲਦੇ ਆ ਆਪਾਂ ਅਗਲੀ ਕਲਾਸ ਦੇ ਵਿੱਚ। ਹੋਪ ਸੋ ਤੁਹਾਨੂੰ ਇਹ ਕਲਾਸ ਬਹੁਤ ਵਧੀਆ ਲੱਗੀ ਹੋਊਗੀ। ਕਮੈਂਟ ਕਰਨਾ ਨਾ ਭੁੱਲਿਆ ਕਰੋ। ਠੀਕ ਆ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੋਈ ਏਦਾਂ ਦਾ ਹੋਰ ਤੁਹਾਨੂੰ ਇਹਦੇ ਵਿੱਚੋਂ ਕੋਈ ਪੁਆਇੰਟ ਲੱਗਦਾ ਵੀ ਛੁੱਟ ਗਿਆ, ਜਾਂ ਕੋਈ ਹੋਰ ਸਟੇਟ ਹੈਗੀ ਆ ਜਿਹਦਾ ਕੋਈ ਨਾਮ ਬਦਲੀ ਕੀਤਾ ਗਿਆ, ਕੋਈ ਉਹਨਾਂ ਦੀ ਬਾਉਂਡਰੀ ਦੇ ਬਾਰੇ ਜੇ ਤੁਹਾਡੇ ਕੋਲ ਕੋਈ ਵੀ ਜਾਣਕਾਰੀ ਆ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ। ਠੀਕ ਆ, ਤੋ ਇਹਦੇ ਨਾਲ ਕੀ ਹੁੰਦਾ ਵਾ ਕਿ ਮੈਨੂੰ ਵਧੀਆ ਐਪਰੀਸ਼ੀਏਸ਼ਨ ਮਿਲ ਜਾਂਦੀ ਆ ਵੀ ਤੁਸੀਂ ਮੇਰੀ ਕਲਾਸ ਜਿਹੜੀ ਆ ਡਿਟੇਲ ਦੇ ਨਾਲ ਦੇਖਦੇ ਹੋ। ਸੋ ਮਿਲਦੇ ਆ ਆਪਾਂ ਅਗਲੀ ਕਲਾਸ ਦੇ ਵਿੱਚ। ਸਤਿ ਸ਼੍ਰੀ ਅਕਾਲ।